ਪੱਤਣ ਮਲਾ ਨਾ ਛੇੜੀਏ ਤੇ ਹੱਟੀ ਉਤੇ ਕਰਾੜ, ਬੰਨੇ ਜੱਟ ਨਾ ਛੇੜੀਏ ਨਹੀਂ ਤਾਂ ਭੰਨ ਦੇਊ ਬਥਾੜ। ਇਹ ਪੰਜਾਬ ਦੀ ਪੁਰਾਣੀ ਕਹਾਵਤ ਹੈ। ਇਹਦੇ ਮਗਰ ਬਹੁਤ ਵੱਡੀ ਰਮਜ਼ ਲੁਕੀ ਹੋਈ ਹੈ, ਕਿਉਂਕਿ ਲੋਕਧਾਰਾ ਦੀ ਵੀ ਗੱਲ ਕੀਤੀ ਜਾਵੇ ਤਾਂ ਲੋਕਧਾਰਾ ਵਿੱਚ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਦੇ ਉੱਤੇ ਵਿਆਖਿਆ ਕੀਤੀ ਗਈ ਹੈ ਕਿ ਆਖਰ ਜਿਹੜੇ ਤੱਥ ਨੇ, ਜਿਹੜੇ ਲੋਕ ਅਖਾਣ ਨੇ, ਜਿਹੜੀਆਂ ਕਹਾਵਤਾਂ ਨੇ, ਉਹਨਾਂ ਦਾ ਮਤਲਬ ਕਿਵੇਂ ਬਣਿਆ, ਕਿਵੇਂ ਨਿਚੋੜ ਕੱਢ ਕੇ ਲਿਆਂਦੇ ਬਜ਼ੁਰਗਾਂ ਨੇ। ਤਾਂ ਇੱਥੇ ਜਿਹੜੀ ਆ ਪੱਤਣ ਦੇ ਉੱਤੇ ਮਲਾਹ ਦੀ ਗੱਲ ਆਉਂਦੀ ਆ। ਪਹਿਲਾਂ ਇਹ ਹੁੰਦਾ ਸੀਗਾ ਕਿ ਬੇੜੀਆਂ ਜਿਹੜੀਆਂ ਸੀਗੀਆਂ ਉਹ ਪਾਣੀ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾਣ ਦਾ ਸਾਧਨ ਸੀਗੀਆਂ, ਅਤੇ ਇਹ ਵੀ ਹੁੰਦੇ ਸੀਗੇ ਜਿਵੇਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਕੋਲੇ ਹਰੀਕੇ ਪੱਤਣ ਸੀਗਾ। ਇਹ ਹਰੀਕੇ ਪੱਤਣ ਦੇ ਉੱਤੇ ਜਿਹੜੀ ਬੇੜੀ ਸੀਗੀ ਉਹ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਨੂੰ ਆਪਸ ਵਿੱਚ ਜੋੜਦੀ ਸੀ, ਯਾਨੀ ਮਾਝੇ ਨੂੰ ਮਾਲਵੇ ਨਾਲ ਜੋੜਨ ਦਾ ਇੱਕ ਵਸੀਲਾ ਹਰੀਕੇ ਪੱਤਣ ਵਾਲਾ ਜਿਹੜਾ ਸੀ ਉਹ ਬੰਨ ਹੁੰਦਾ ਸੀ। ਇੱਥੇ ਦੋਵਾਂ ਦਰਿਆਵਾਂ ਦਾ ਸੰਗਮ ਹੁੰਦਾ ਸੀਗਾ, ਇਸ ਕਰਕੇ ਇੱਥੇ ਬੇੜੀ ਠਿਲਦੀ ਸੀ ਅਤੇ ਗਾਂ ਲੈ ਕੇ ਜਾਂਦੀ ਸੀ। ਇਸ ਤਰ੍ਹਾਂ ਅਸੀਂ ਵੇਖਿਆ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਜਾਂ ਫਿਰ ਜਿਹੜੇ ਕਈ ਪਿੰਡ ਆ ਸਰਹੱਦੀ ਇਲਾਕਿਆਂ 'ਚ, ਚਾਹੇ ਉਹ ਲਹਿੰਦੇ ਪੰਜਾਬ 'ਚ ਆ ਚਾਹੇ ਉਹ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਆ, ਉੱਥੇ ਬੇੜੀਆਂ ਦੇ ਜ਼ਰੀਏ ਅੱਜ ਵੀ ਕੰਮ ਕੀਤੇ ਜਾਂਦੇ। ਇਸ ਕਰਕੇ ਮਲਾਵਾਂ ਦੇ ਨਾਲ ਪੰਗੇ ਲੈਣ ਵਾਲਿਆਂ ਨੂੰ ਇਹ ਗੱਲ ਕਹੀ ਜਾਂਦੀ ਹੈ। ਔਰ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਕਿ ਜੇ ਕਿਸੇ ਨੇ ਮਲਾਹ ਨਾਲ ਛੇੜਖਾਨੀ ਕਰਤੀ ਜਾਂ ਤਾਂ ਹੁਣ ਮਲਾਹ ਨੇ ਉਹਨੂੰ ਆਖਿਆ ਵੀ ਉੱਤਰ ਜਾਏ ਵਿੱਚ ਵਿਚਾਲੇ ਦਰਿਆ ਦੇ ਪਾਣੀ ਦੇ, ਹੈ ਨਾ, ਉਹ ਫਿਰ ਕੀ ਬਣੂਗਾ ਜੇ ਮਲਾਹ ਦੇ ਨਾਲ ਇੱਦਾਂ ਦੀ ਕੋਈ ਹਰਕਤ ਕਰ ਦੇਵੇ ਅਤੇ ਮਲਾਹ ਇਹ ਆਖ ਦੇਵੇ ਉਹ ਬੰਦਾ ਨਾ ਇੱਧਰ ਜੋਗਾ ਨਾ ਉੱਧਰ ਜੋਗਾ, ਆਖਰ ਕੀ ਹੋਊਗਾ, ਡੁੱਬੂਗਾ। ਅਤੇ ਇਸੇ ਤਰ੍ਹਾਂ ਜੇ ਮਲਾਹ ਦੇ ਨਾਲ ਰਾਹ ਵਿਚਾਲੇ ਪੰਗਾ ਲੈ ਲਵੇ ਅਤੇ ਫਿਰ ਮਲਾਹ ਜਿਹੜਾ ਆ ਉਹਨੂੰ ਫੈਂਟਾ ਵੀ ਲਾਊਗਾ। ਇਸ ਤੋਂ ਇਲਾਵਾ ਹੋ ਸਕਦਾ ਕਿ ਮਲਾਹ ਗੁੱਸੇ 'ਚ ਆਇਆ, ਇਹੋ ਜਿਹੇ ਲੋਕਾਂ ਨੂੰ ਕਦੇ ਧੱਕਾ ਵੀ ਦਿੱਤਾ ਹੋਵੇ ਜਿੱਥੋਂ ਇਹ ਕਹਾਵਤ ਬਣੀ ਆ, ਜਾਂ ਫਿਰ ਮਲਾਹ ਨੇ ਆਪਦੀ ਕਿੜ ਕੱਢੀ ਹੋਵੇ, ਜਾਂ ਫਿਰ ਇਹ ਵੀ ਗੱਲ ਆ ਕਿ ਉਹ ਪਾਰ ਹੀ ਨਾ ਲਗਾਇਆ ਹੋਵੇ ਔਰ ਬੰਦਾ ਜਿਹੜਾ ਹੈਗਾ ਉੱਧਰ ਹੀ ਖੜੋਤਾ ਰਹੇਗਾ। ਹੁਣ ਜਿੱਧਰ ਵਸੋਂ ਨਹੀਂ ਸੀਗੀ ਅਤੇ ਜੇ ਬੰਦਾ ਉੱਥੇ ਫਸ ਗਿਆ, ਜੇ ਮਲਾਹ ਨਾਲ ਪੰਗਾ ਉੱਥੇ ਲੈ ਲਿਆ ਅਤੇ ਜਿੱਧਰ ਉਹਨੇ ਆਪਦੀ ਆਬਾਦੀ ਵਾਲੇ ਪਾਸੇ ਜਾਣਾ ਸੀ ਉੱਥੇ ਉਹਨੂੰ ਲਿਜਾਇਆ ਹੀ ਨਹੀਂ ਗਿਆ। ਇਸ ਕਰਕੇ ਮਲਾਹ ਦੇ ਨਾਲ ਪੰਗਾ ਲੈਣਾ ਬੜਾ ਭੈੜਾ ਮੰਨਿਆ ਜਾਂਦਾ ਸੀ। ਔਰ ਪੁਰਾਣੇ ਬਜ਼ੁਰਗ ਕਹਿੰਦੇ ਸੀਗੇ ਬਈ ਜਿਹੜੇ ਤੁਹਾਨੂੰ ਪਾਰ ਲਗਾਉਣਾ ਨਾ ਉਹਦੇ ਨਾਲ ਪੰਗਾ ਨਾ ਲਗਾਓ। ਇਸ ਕਰਕੇ ਇਹ ਗੱਲ ਦੇ ਵਿੱਚੋਂ ਇਹ ਵੀ ਇੱਕ ਭਾਵ ਨਿਕਲਦਾ ਆ ਕਿ ਜੇ ਅਸੀਂ ਕਿਸੇ ਦੇ ਕੋਲੋਂ ਕੰਮ ਲੈਣਾ ਹੈ ਨਾ, ਜਿਸ ਦੇ ਨਾਲ ਸਾਨੂੰ ਪਤਾ ਵੀ ਇਹਦੀ ਵਜ੍ਹਾ ਕਰਕੇ ਇਹ ਕੰਮ ਹੋਣਾ, ਤਾਂ ਉਹਦੇ ਨਾਲ ਵੀ ਪੰਗਾ ਨਾ ਲਓ, ਕਿਉਂਕਿ ਕੰਮ ਤੁਹਾਡਾ ਉਸੇ ਨਹੀਂ ਸਾਰਨਾ। ਅਤੇ ਜੇ ਤੁਸੀਂ ਉਸੇ ਨਾਲ ਪੰਗਾ ਲੈ ਕੇ ਬਹਿ ਗਏ ਨਾ, ਫਿਰ ਤੁਹਾਡਾ ਕੋਈ ਕੰਮ ਜਿਹੜਾ ਆ ਉਹ ਬਣਨਾ ਨਹੀਂ ਗਾ। ਦੂਸਰੀ ਗੱਲ ਇਹ ਆ ਕਿ ਹੱਟੀ ਉੱਤੇ ਕਰਾੜ ਦੀ ਗੱਲ ਆਉਂਦੀ ਆ। ਮਹਾਜਨ ਹਮੇਸ਼ਾ ਜੱਟ ਦਾ ਸਾਥੀ ਰਿਹਾ, ਕਰਾੜ ਹਮੇਸ਼ਾ ਜੱਟ ਦਾ ਸਾਥੀ ਰਿਹਾ ਆ, ਕਿਉਂਕਿ ਦੋਹਾਂ ਦਾ ਆਪਸ ਵਿੱਚ ਲੈਣ ਦੇਣ ਚੱਲਦਾ ਰਿਹਾ। ਇੱਕ ਜਿਣਸ ਲਿਆਉਂਦਾ ਸੀ ਅਤੇ ਦੂਜਾ ਉਹਦੇ ਬਦਲੇ ਜਿਹੜੀ ਸੀਗੀ ਪੈਸਾ ਦਿੰਦਾ ਸੀ। ਅੱਜ ਵੀ ਉਹੀ ਜੱਟ ਆੜ੍ਹਤੀ ਵਾਲਾ ਜਿਹੜਾ ਹਿਸਾਬ ਕਿਤਾਬ ਆ ਉਹ ਸਦੀਆਂ ਦਾ ਚੱਲਦਾ ਆ ਰਿਹਾ ਆ। ਅਤੇ ਇਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਆ ਕੇ ਅੱਜ ਆਪਣੇ ਆੜ੍ਹਤੀ ਨਾਲ, ਉਸ ਕਰਾੜ ਦੇ ਨਾਲ ਲੜਾਈ ਕਰਦੇ ਹੋ, ਤਾਂ ਫਿਰ ਇਹ ਆ ਕਿ ਉਹ ਨਾ ਤਾਂ ਤੁਹਾਨੂੰ ਕੋਈ ਵਿਆਜੂ ਪੈਸਾ ਦੇਊਗਾ ਅਤੇ ਨਾ ਹੀ ਤੁਹਾਡੀ ਕੋਈ ਮਦਦ ਕਰੂਗਾ ਅਤੇ ਨਾ ਤੁਹਾਡੇ ਨਾਲ ਖੜਾ ਹੋਊਗਾ। ਇਸ ਕਰਕੇ ਇਹ ਵੀ ਗੱਲ ਹੁੰਦੀ ਹੈ। ਨਾਲੇ ਉਹ ਕਹਿੰਦੇ ਹਨ ਨਾ ਕਿ ਕਹਾਵਤ ਵਿੱਚੋਂ ਕਹਾਵਤ ਨਿਕਲੀ ਕਿ ਹੱਟੀ ਵਿੱਚ ਸ਼ੇਰ ਬਾਣੀਆਂ, ਅਸੀਂ ਕਹਿੰਦੇ ਸੀਗੇ ਉਹ ਹੱਟੀ 'ਚ ਸ਼ੇਰ ਬਾਣੀਆਂ ਉਦੋਂ ਹੀ ਬਣਦਾ ਜਦੋਂ ਭਾਈ ਆਪਦੀ ਜਗ੍ਹਾ ਕੋਈ ਬੈਠਾ ਹੋਵੇ, ਉਹ ਸ਼ੇਰ ਹੀ ਹੁੰਦਾ ਆ। ਹਾਲਾਂਕਿ ਉਹ ਕਹਾਵਤ ਕਿਤੇ ਅੱਗੇ ਹੋਰ ਵੀ ਚਲੀ ਜਾਂਦੀ ਆ। ਮਤਲਬ ਇਹ ਹੈ ਕਿ ਜਿੱਥੇ ਤੁਸੀਂ ਬੈਠੇ ਹੋ, ਮੰਨ ਕੇ ਚਲੋ ਮੈਂ ਆਪਦੇ ਘਰ ਦੇ ਵਿੱਚ ਬੈਠਾ ਹਾਂ ਅਤੇ ਮੈਂ ਉੱਥੇ ਤਾਕਤਵਰ ਹਾਂ ਪੂਰਾ। ਇਸੇ ਕਰਕੇ ਹੀ ਜੇ ਉਹ ਕਰਾੜ ਜਾਂ ਉਹ ਜਿਹੜਾ ਬਾਣੀਆ ਜਾਂ ਉਹ ਹਟਵਾਣੀਆਂ ਆਪਦੀ ਹੱਟੀ ਉੱਤੇ ਬੈਠਣ, ਸਾਨੂੰ ਉਹਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ, ਕਿਉਂਕਿ ਉਹ ਸਰਦਾਰ ਹੈ, ਉੱਥੋਂ ਦਾ ਮਾਲਕ ਹੈ, ਉੱਥੋਂ ਦਾ ਸੇਠ ਹੈ। ਅਸੀਂ ਉਹਦੇ ਤਾਂ ਹੀ ਸਾਨੂੰ ਗੌਂ ਹੈ, ਅਸੀਂ ਉਹ ਤੋਂ ਕੰਮ ਲੈਣੇ ਆ, ਅਤੇ ਜੇ ਅਸੀਂ ਉਹਦੇ ਨਾਲ ਪੰਗਾ ਲੈ ਲਿਆ ਨਾ, ਫਿਰ ਅਸੀਂ ਹਮੇਸ਼ਾ ਲਈ ਕੰਮੋਂ ਜਾਵਾਂਗੇ। ਇਸ ਕਰਕੇ ਅੱਜ ਦੇ ਸੰਦਰਭ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਆੜ੍ਹਤੀਏ ਨਾਲ, ਕਰਾੜ ਦੇ ਨਾਲ ਜਿਹੜੀ ਆ ਉਹ ਬਣਾ ਕੇ ਰੱਖਣੀ ਇੱਕ ਜੱਟ ਜ਼ਿਮੀਂਦਾਰ ਨੂੰ ਤਾਂ ਬਹੁਤ ਜ਼ਰੂਰੀ ਹੈ। ਇਸ ਕਰਕੇ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੇ ਸ਼ਾਹੂਕਾਰਾਂ ਨਾਲ ਲੜਾਈ ਕਰ ਲੈਂਦੇ ਸੀ ਅੱਖੜ ਲੋਕ, ਉਹਨਾਂ ਨੂੰ ਫਿਰ ਨਾ ਤਾਂ ਉਹ ਜਿਣਸ ਸਿੱਟਣ ਦਿੰਦੇ ਸੀ ਆਪਦੀ ਆੜ੍ਹਤ ਉੱਤੇ, ਨਾ ਹੀ ਫਿਰ ਉਹਨਾਂ ਨੂੰ ਕੋਈ ਪੈਸੇ ਧੇਲੇ ਦੀ ਮਦਦ ਦਿੰਦੇ ਸੀ, ਨਾ ਹੀ ਉਹ ਇੱਥੋਂ ਤੱਕ ਕਿ ਉਹ ਵਿਆਜੂ ਪੈਸਾ ਦੇਣ ਤੋਂ ਵੀ ਆਨਾਕਾਨੀ ਕਰਦੇ ਸੀ। ਇਸ ਕਰਕੇ ਕਹਿੰਦੇ ਬਜ਼ੁਰਗ ਉਸ ਸਮੇਂ ਦੇ ਆਏ ਆ ਕਿ ਬਾਈ ਕਰਾੜ ਦੇ ਨਾਲ ਵੀ ਪੰਗਾ ਨਹੀਂ ਲੈਣਾ ਚਾਹੀਦਾ। ਅਗਲੀ ਗੱਲ ਆਉਂਦੀ ਆ ਕਿ ਬੰਨੇ ਜੱਟ ਨਾ ਛੇੜੀਏ। ਹੁਣ ਕੁਲਦੀਪ ਮਾਣਕ ਹੋਰਾਂ ਨੇ ਗਾਣਾ ਗਾਇਆ ਜਿਹੜਾ ਕਿ ਦੇਵ ਤਰੀਕੇ ਵਾਲਿਆਂ ਦਾ ਲਿਖਿਆ ਹੋਇਆ ਸੀ, ਬੰਨੇ ਜੱਟ ਨਾ ਛੇੜੀਏ ਨਹੀਂ ਤਾਂ ਕੱਢਦਾ ਈ ਗਾਲ ਹਜ਼ਾਰ ਵੇ। ਇਹੀ ਗੱਲ ਆ, ਇਹਦੇ ਵਿੱਚ ਵੀ ਇਹੀ ਗੱਲ ਆਉਂਦੀ ਆ ਕਿ ਬੰਨਾ ਜਿਹੜਾ ਹੁਣ ਆਪਦੇ ਖੇਤ 'ਚ ਖੜਾ ਜੱਟ ਆ, ਅਤੇ ਜੇ ਹੁਣ ਮੰਨ ਕੇ ਚੱਲੋ ਤੁਸੀਂ ਉਹਦੇ ਖੇਤ ਦਾ ਨੁਕਸਾਨ ਕਰੋਗੇ ਜਾਂ ਉਹਦੇ ਨਾਲ ਕੋਈ ਪੰਗਾ ਲਓਗੇ, ਉਹ ਤੁਹਾਨੂੰ ਬਖਸ਼ੂਗਾ ਥੋੜ੍ਹੀ। ਔਰ ਇਹ ਹੁੰਦਾ ਹੀ ਆਇਆ ਆ ਕਿ ਮੰਨ ਕੇ ਚਲੋ ਤੁਸੀਂ ਕਿਸੇ ਦੇ ਖੇਤ ਦਾ ਨੁਕਸਾਨ ਹੀ ਚਲੋ ਕਰ ਦਿੱਤਾ ਆ, ਕਿਸੇ ਦੇ ਖੇਤੋਂ ਬਿਨਾਂ ਪੁੱਛੇ ਕੋਈ ਚੀਜ਼ ਤੋੜ ਲਈ ਆ, ਸਾਗ ਹੀ ਤੋੜ ਲਿਆ ਆ, ਗੰਨਾ ਹੀ
ਜਿਹੜੇ ਸੀਗੇ ਉਹ ਤੁਸੀਂ ਵੱਢ ਲਿਆਂਦੇ ਆ, ਤੁਸੀਂ ਪੱਠੇ ਹੀ ਵੱਢ ਲਿਆਂਦੇ ਆ, ਬਈ ਉਹ ਤੁਹਾਨੂੰ ਮਾਫ ਥੋੜੀ ਕਰੂਗਾ। ਮਤਲਬ ਇਹ ਸੀਗਾ ਕਿ ਸਾਨੂੰ ਤਾਂ ਉਹਦੇ ਕੋਲ ਪੁੱਛਣਾ ਚਾਹੀਦਾ ਸੀਗਾ, ਤੇ ਅਸੀਂ ਪੁੱਛਿਆ ਨਹੀਂਗਾ, ਅਸੀਂ ਆਏ ਚੁੱਪ ਕਰਕੇ ਤੇ ਉਹ ਲੈ ਗਏ, ਤੇ ਬਈ ਫਿਰ ਤੁਹਾਨੂੰ ਉਹ ਬਖਸ਼ੂਗਾ। ਪਰ ਇਸ ਤੋਂ ਇਲਾਵਾ ਜੇ ਹੁਣ ਤੁਹਾਨੂੰ ਉਹ ਅੱਗੋਂ ਪੁੱਛਦਾ ਹੈ ਤੇ ਤੁਸੀਂ ਉਹਨੂੰ ਮੂੰਹ ਤੋੜ ਜਵਾਬ ਦਿੰਦੇ ਹੋ ਤੇ ਤੁਸੀਂ ਇਹ ਆਪਦਾ ਹੱਕ ਸਮਝਦੇ ਹੋ, ਬਈ ਉਹ ਤੁਹਾਨੂੰ ਫਿਰ ਬਖਸ਼ੂਗਾ ਨਹੀਂਗਾ। ਉਹ ਵਾਕਈ ਫਿਰ ਤੁਹਾਡਾ ਜਿਹੜਾ ਬਥਾੜ ਭੰਨਣ ਵਾਲੀ ਗੱਲ ਕਰੂਗਾ, ਯਾਨੀ ਕਿ ਘਸੁੰਨ-ਮੁੱਕੀ ਤੁਹਾਡੇ ਨਾਲ ਹੋਊਗਾ, ਕਿਉਂਕਿ ਤੁਸੀਂ ਨਾਲੇ ਤਾਂ ਅਗਲੇ ਨਾਲ ਧੱਕਾ ਕਰ ਰਹੇ, ਨਾਲੇ ਅਗਲੇ ਦੇ ਖੇਤੋਂ ਉਹ ਚੀਜ਼ਾਂ ਜਿਹੜੀਆਂ ਲੈ ਕੇ ਜਾ ਰਹੇ ਹੋ ਉਹ ਵੀ ਉਸ ਤੋਂ ਬਿਨਾਂ ਪੁੱਛੇ। ਫਿਰ ਤੁਸੀਂ ਆਪਦੀ ਹੈਂਕੜ ਜਿਹੜੀ ਆ ਉਹ ਵੀ ਵਿਖਾ ਰਹੇ ਹੋ, ਫਿਰ ਹੈਂਕੜਬਾਜ਼ੀ ਵਾਲਿਆਂ ਦੀ ਹੈਂਕੜ ਜਿਹੜੀ ਆ ਉਹ ਕੱਢੀ ਹੋਣੀ ਆ ਕਿਸੇ ਨੇ। ਸੋ ਇਹ ਚਾਰੇ ਵੱਖ-ਵੱਖ ਸਮਿਆਂ ਦੇ ਉੱਤੇ ਵਾਪਰੀਆਂ ਜਿਹੜੀਆਂ ਕੁਝ ਘਟਨਾਵਾਂ ਹੋਣਗੀਆਂ, ਜਿਨ੍ਹਾਂ ਤੋਂ ਬਜ਼ੁਰਗਾਂ ਨੇ ਨਿਚੋੜ ਕੱਢਿਆ ਆ ਕਿ ਪੱਤਰ ਮਲਾਹ ਨਾ ਛੇੜੀਏ ਤੇ ਹੱਟੀ ਉੱਤੇ ਕਰਾੜ, ਬੰਨੇ ਜੱਟ ਨਾ ਛੇੜੀਏ ਭੰਨ ਦਿਓ ਬਥਾੜ। ਸੋ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਤੱਥ ਦੇ ਵਿੱਚ ਕੋਈ ਹਾਸੋਹੀਣੀ ਗੱਲ ਨਹੀਂ, ਅਸਲੀਅਤ ਦੇ ਬਿਲਕੁਲ ਨੇੜੇ ਆ, ਔਰ ਅੱਜ ਵੀ ਉਨਾ ਹੀ ਨੇੜੇ ਆ ਜਿੰਨਾ ਪਹਿਲਾਂ ਸੀਗਾ। ਇਸ ਲਈ ਸਾਨੂੰ ਜਿਹੜਾ ਆ ਉਹ ਸੋਚ ਸਮਝ ਕੇ ਹੀ, ਕੁਝ ਵਿਚਾਰ ਕੇ ਹੀ ਕੋਈ ਕੰਮ ਕਰਨਾ ਚਾਹੀਦਾ, ਕੋਈ ਗੱਲ ਕਰਨੀ ਚਾਹੀਦੀ ਆ, ਫਿਰ ਜਿਹੜਾ ਕਦਮ ਆ ਉਹ ਚੁੱਕਣਾ ਚਾਹੀਦਾ। ਸੋ ਕਿੱਦਾਂ ਲੱਗਦੇ ਨੇ ਸਾਡੇ ਪ੍ਰੋਗਰਾਮ, ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਸਮਾਪਤੀ ਕਰਦੇ ਹਾਂ, ਧੰਨਵਾਦ।